हेलो फ्रेंड्स, दिस इज हरविंदर सिंह एंड वेलकम टू द यूट्यूब चैनल सपोर्ट फॉर एजुकेशन। तो इस वीडियो में ਅਸੀਂ ਕਰਾਂਗੇ ਪੀਐਸਸੀਬੀ ਕਲਾਸ 12th ਇੰਗਲਿਸ਼ ਦਾ ਫਸਟ ਚੈਪਟਰ ਹਸਨਸ ਅਟੈਂਡੈਂਸ ਪ੍ਰੋਬਲਮ। ਇਸ ਚੈਪਟਰ ਦੇ ਲੌਂਗ ਕੁਐਸਚਨ ਆਨਸਰਸ। ਦੋਸਤੋ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੇ ਲੌਂਗ ਕੁਐਸਚਨ ਆਨਸਰਸ ਕੀਤੇ ਹਨ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੇ ਸ਼ਾਰਟ ਕੁਐਸਚਨ ਆਨਸਰ ਜਾਂ ਚੈਪਟਰ ਦੀ ਸਮਰੀ ਕਰਨੀ ਹੈ ਤਾਂ ਅਸੀਂ ਉਹਨਾਂ ਦੀਆਂ ਅਲੱਗ ਤੋਂ ਵੀਡੀਓਜ਼ ਬਣਾਈਆਂ ਹਨ, ਜਿਨ੍ਹਾਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ। ਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਡਰਾ ਅ ਬਰੀਫ ਕਰੈਕਟਰ ਸਕੈਚ ਆਫ ਹਸਨ। ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਵਾਲਾ ਇਸ ਚੈਪਟਰ ਵਿੱਚੋਂ, ਡਰਾ ਅ ਬਰੀਫ ਕਰੈਕਟਰ ਸਕੈਚ ਆਫ ਹਸਨ। ਤੇ ਇਸ ਵਿੱਚ ਅਸੀਂ ਲਿਖਣਾ ਹੈ ਹਸਨ ਵਾਜ਼ ਅ ਕਾਲਜ ਸਟੂਡੈਂਟ। ਹੀ ਵਾਜ਼ ਡੂਇੰਗ ਮਾਸਟਰਸ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਇਨ ਬੈਂਗਲੋਰ। He was a tall, handsome and bright student. He had a very good memory. ਤੇ ਹਸਨ ਇੱਕ ਕਾਲਜ ਸਟੂਡੈਂਟ ਸੀਗਾ, ਉਹ ਮਾਸਟਰਸ ਡਿਗਰੀ ਕਰ ਰਿਹਾ ਸੀਗਾ ਕੰਪਿਊਟਰ ਐਪਲੀਕੇਸ਼ਨ ਵਿੱਚ ਬੈਂਗਲੋਰ ਦੇ ਵਿੱਚ। ਤੇ ਉਹ ਟਾਲ ਸੀਗਾ, ਹੈਂਡਸਮ ਸੀਗਾ ਤੇ ਹੋਣਹਾਰ ਵਿਦਿਆਰਥੀ ਸੀ ਤੇ ਉਹਦੀ ਯਾਦਦਾਸ਼ਤ ਵੀ ਬਹੁਤ ਤੇਜ਼ ਸੀ। He belonged to a rich family. He was the only son of his parents. ਉਹ ਅਮੀਰ ਪਰਿਵਾਰ ਤੋਂ ਸੀ ਅਤੇ ਉਹ ਆਪਣੇ ਮਾਪਿਓ ਦਾ ਇਕੱਲਾ ਹੀ ਬੱਚਾ ਸੀਗਾ। He was irregular in studies. He was hardly ever present in the class. Studies ਵਿੱਚ ਉਹ ਰੈਗੂਲਰ ਨਹੀਂ ਸੀ ਤੇ ਉਹ ਕਦੇ-ਕਦੇ ਹੀ ਕਲਾਸ ਵਿੱਚ ਪ੍ਰੈਜ਼ੈਂਟ ਹੁੰਦਾ ਸੀਗਾ। He was always short of attendance. Being bright, he would always get first class in examination. ਤੇ ਉਸ ਦੀ ਅਟੈਂਡੈਂਸ ਹਮੇਸ਼ਾ ਹੀ ਸ਼ਾਰਟ ਰਹਿੰਦੀ ਸੀ ਤੇ ਉਹ ਹੋਣਹਾਰ ਵਿਦਿਆਰਥੀ ਹੋਣ ਕਰਕੇ ਹਮੇਸ਼ਾ ਫਸਟ ਕਲਾਸ ਲੈ ਕੇ ਆਉਂਦਾ ਸੀਗਾ। He used to laugh at hard working students and called them nerds. ਤੇ ਜੋ ਵਿਦਿਆਰਥੀ ਹਾਰਡ ਵਰਕ ਕਰਦਾ ਸੀਗਾ ਤੇ ਉਹ ਉਹਨਾਂ ਤੇ ਹੱਸਦਾ ਸੀਗਾ ਤੇ ਉਹਨਾਂ ਨੂੰ ਨਰਡਸ ਕਹਿੰਦਾ ਸੀਗਾ। He did not value time. He would spend all night listening to music and chatting with his friends. He slept at 6 in the morning. ਤੇ ਸਮੇਂ ਦੀ ਕਦਰ ਨਹੀਂ ਸੀ ਕਰਦਾ, ਉਹ ਪੂਰੀ ਰਾਤ ਗਾਣੇ ਸੁਣਦਾ ਸੀਗਾ ਅਤੇ ਚੈਟ ਕਰਦਾ ਸੀਗਾ ਆਪਣੇ ਦੋਸਤਾਂ ਦੇ ਨਾਲ ਤੇ ਉਹ ਸਵੇਰੇ 6 ਵਜੇ ਸੌਂਦਾ ਸੀ। When he grew up, nobody liked him in the office because of his behavior. He finally became a salesman of a computer software. The narrator encouraged him to work hard in life and he promised to follow her advice. ਤੇ ਜਦੋਂ ਉਹ ਵੱਡਾ ਹੋਇਆ ਤੇ ਉਸਨੂੰ ਆਫਿਸ ਵਿੱਚ ਉਸਦੇ ਸੁਭਾਅ ਕਰਕੇ ਕੋਈ ਵੀ ਪਸੰਦ ਨਹੀਂ ਸੀ ਕਰਦਾ ਤੇ ਉਹ ਫਾਈਨਲੀ ਇੱਕ ਸੇਲਸਮੈਨ ਬਣ ਗਿਆ ਕੰਪਿਊਟਰ ਸੌਫਟਵੇਅਰ ਦਾ। ਤੇ ਐਂਡ ਵਿੱਚ ਨਰੇਟਰ ਨੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਵੀ ਉਹ ਜ਼ਿੰਦਗੀ ਵਿੱਚ ਹਾਰਡ ਵਰਕ ਕਰੇ ਤੇ ਉਸਨੇ ਕਿਹਾ ਕਿ ਉਸ ਦੀ ਐਡਵਾਈਸ ਹੈ ਉਹ ਫੋਲੋ ਕਰੇਗਾ। ਅਗਲਾ ਕੁਐਸਚਨ ਹੈ What is the theme of the chapter Hassan's attendance problem? ਵੀ ਇਸ ਚੈਪਟਰ ਦੀ ਕੀ ਥੀਮ ਹੈ, ਵੀ ਇਸ ਪਾਠ ਦਾ ਕੀ ਵਿਸ਼ਾ ਹੈ। Hassan's attendance problem is based on the theme that students must attend their classes regularly and make their careers by being regular and hard working. ਤੇ ਇਸ ਪਾਠ ਦਾ ਇਹ ਵਿਸ਼ਾ ਹੈ ਕਿ ਸਟੂਡੈਂਟਸ ਨੂੰ, ਵਿਦਿਆਰਥੀਆਂ ਨੂੰ ਆਪਣੀ ਕਲਾਸਿਸ ਰੈਗੂਲਰਲੀ ਲਗਾਉਣੀਆਂ ਚਾਹੀਦੀਆਂ ਹਨ ਤੇ ਆਪਣਾ ਕਰੀਅਰ ਬਣਾਉਣਾ ਚਾਹੀਦਾ ਹੈ ਰੈਗੂਲਰ ਪੜ੍ਹਾਈ ਕਰਕੇ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ। If they are irregular, they fail to gain knowledge. ਜੇ ਉਹ irregular ਹੋਣਗੇ, ਕਲਾਸਿਸ ਨਹੀਂ ਲਗਾਉਣਗੇ ਤਾਂ ਉਹਨਾਂ ਨੂੰ ਨੌਲੇਜ ਨਹੀਂ ਆਊਗੀ। This was the case with Hassan, who used to remain absent from his class on most days. So he was always short of attendance. ਤੇ ਇਹ ਜਿਹੜਾ ਕੇਸ ਹੈ ਬਿਲਕੁਲ ਹਸਨ ਨਾਲ ਹੋਇਆ ਸੀਗਾ ਕਿਉਂਕਿ ਉਹ ਹਮੇਸ਼ਾ ਹੀ ਐਬਸੈਂਟ ਰਹਿੰਦਾ, ਕਿਉਂਕਿ ਕਾਫੀ ਦਿਨ ਉਹ ਕਲਾਸ ਵਿੱਚ ਐਬਸੈਂਟ ਰਹਿੰਦਾ ਸੀਗਾ ਤੇ ਉਸਦੀ ਅਟੈਂਡੈਂਸ ਹਮੇਸ਼ਾ ਹੀ ਸ਼ਾਰਟ ਰਹਿੰਦੀ ਸੀ। He would study just before the exams, guess the probable questions and skip the chapters. ਤੇ ਪੇਪਰਾਂ ਤੋਂ ਪਹਿਲਾਂ ਹੀ ਪੜ੍ਹਦਾ ਸੀਗਾ, ਸਿਰਫ ਇੰਪੋਰਟੈਂਟ ਕੁਐਸਚਨ ਯਾਦ ਕਰ ਲੈਂਦਾ ਸੀਗਾ, ਚੈਪਟਰ ਨੂੰ ਸਮਝਦਾ ਨਹੀਂ ਸੀਗਾ। He used to laugh at hard working students and call them nerds. ਜਿਹੜੇ ਕਿ ਸਟੂਡੈਂਟਸ ਮਿਹਨਤ ਕਰਦੇ ਸੀਗੇ, ਪੜ੍ਹਾਈ ਜ਼ਿਆਦਾ ਕਰਦੇ ਸੀਗੇ ਤੇ ਉਹ ਉਹਨਾਂ ਤੇ ਹੱਸਦਾ ਸੀਗਾ ਤੇ ਉਹਨਾਂ ਨੂੰ ਨਰਡਸ ਕਹਿੰਦਾ ਸੀਗਾ। His classmates rose in life. ਤੇ ਉਸਦੇ ਕਲਾਸਮੇਟਸ ਨੇ, ਉਸਦੇ ਸਾਥੀਆਂ ਨੇ ਬਹੁਤ ਹੀ ਜ਼ਿਆਦਾ ਜ਼ਿੰਦਗੀ ਵਿੱਚ ਤਰੱਕੀ ਕੀਤੀ। Nobody liked him in the office and he finally became a salesman of a computer software. ਤੇ ਉਸਨੂੰ ਆਫਿਸ ਵਿੱਚ ਕੋਈ ਪਸੰਦ ਨਹੀਂ ਸੀ ਕਰਦਾ ਤੇ ਉਹ ਕੰਪਿਊਟਰ ਸੌਫਟਵੇਅਰ ਦਾ ਸੇਲਸਮੈਨ ਬਣ ਗਿਆ। His father also fed up with his bad habits and told him to stay separately. ਤੇ ਹਸਨ ਦੇ ਪਿਤਾ ਨੂੰ ਵੀ ਉਸਦੀ ਮਾੜੀ ਆਦਤਾਂ ਚੰਗੀਆਂ ਨਹੀਂ ਸੀ ਲੱਗਦੀਆਂ ਤੇ ਉਹਨਾਂ ਨੇ ਹਸਨ ਨੂੰ ਅਲੱਗ ਰਹਿਣ ਲਈ ਕਹਿ ਦਿੱਤਾ। Later the narrator encouraged him to change his habits and rise in life. ਦੇ ਐਂਡ ਵਿੱਚ ਸੁਧਾ ਮੂਰਤੀ ਜੀ ਨੇ ਉਸਨੂੰ ਕਹਿਤਾ, ਉਸਨੂੰ ਐਨਕਰੇਜ ਕੀਤਾ, ਹੌਸਲਾ ਅਫਜ਼ਾਈ ਕੀਤੀ ਤੇ ਉਸਨੂੰ ਕਿਹਾ ਵੀ ਤੂੰ ਆਪਣੀ ਆਦਤਾਂ ਬਦਲ ਦੇ ਤੇ ਜ਼ਿੰਦਗੀ ਵਿੱਚ ਤਰੱਕੀ ਕਰ। ਅਗਲਾ ਕੁਐਸਚਨ ਹੈ ਡਰਾ ਕਰੈਕਟਰ ਸਕੈਚ ਆਫ ਨਰੇਟਰ ਸੁਧਾ ਮੂਰਤੀ। ਤੇ ਇਸ ਕੁਐਸਚਨ ਵਿੱਚ ਅਸੀਂ ਸੁਧਾ ਮੂਰਤੀ ਜੀ ਦਾ ਕਰੈਕਟਰ ਸਕੈਚ ਉਹ ਲਿਖਣਾ ਤੇ ਇਸ ਵਿੱਚ ਅਸੀਂ ਲਿਖਣਾ
The narrator of the lesson is Mrs. Sudha Murthy. She is a computer science teacher at Bangalore College. She was a popular teacher. ਤੇ ਸੁਧਾ ਮੂਰਤੀ ਜੀ ਦੁਆਰਾ ਚੈਪਟਰ ਲਿਖਿਆ ਗਿਆ ਤੇ ਉਹ ਕੰਪਿਊਟਰ ਸਾਇੰਸ ਦੇ ਟੀਚਰ ਸਨ ਬੈਂਗਲੌਰ ਵਿੱਚ ਤੇ ਉਹ ਬਹੁਤ ਹੀ ਪਪੂਲਰ ਟੀਚਰ ਸਨ. She was very kind-hearted and sympathetic. She forgave Hassan, who was always irregular in attending classes. ਤੇ ਬਹੁਤ ਹੀ kind-hearted ਸੀਗੀ ਤੇ ਬੱਚਾ ਤੇ ਉਸਨੂੰ ਬਹੁਤ ਹੀ ਜ਼ਿਆਦਾ ਤਰਸ ਆਉਂਦਾ ਸੀਗਾ ਤੇ ਹਸਨ ਹਮੇਸ਼ਾ ਕਲਾਸ ਵਿੱਚ ਰੈਗੂਲਰ ਨਹੀਂ ਸੀ ਹੁੰਦਾ ਤਾਂ ਵੀ ਉਸਨੂੰ ਮਾਫ ਕਰ ਦਿੰਦੀ ਸੀ. She considered her students as her own children. Whenever they sent her invitation, she attended their functions. ਤੇ ਉਹ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੀ ਸੀ ਤੇ ਜਦੋਂ ਵੀ ਉਸਦੇ ਵਿਦਿਆਰਥੀ ਉਸਨੂੰ ਇਨਵੀਟੇਸ਼ਨ ਕਿਸੇ ਸੱਦਾ ਪੱਤਰ ਦਿੰਦੇ ਤਾਂ ਉਹ ਹਮੇਸ਼ਾ ਉਹਨਾਂ ਦੇ ਫੰਕਸ਼ਨਸ ਹੈ ਉਹ ਅਟੈਂਡ ਕਰਦੀ. She has positive attitude towards life. When she later met Hassan, she told him to change his habits and made him aware of his potential. ਤੇ ਉਸ ਦਾ ਐਟੀਟਿਊਡ ਹੈ ਜ਼ਿੰਦਗੀ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਸੀਗਾ ਤੇ ਜਦੋਂ ਹਸਨ ਨੂੰ ਬਾਅਦ ਵਿੱਚ ਮਿਲੀ ਤੇ ਉਸਨੇ ਹਸਨ ਨੂੰ ਕਿਹਾ ਵੀ ਤੂੰ ਆਪਣੀ ਮਾੜੀਆਂ ਆਦਤਾਂ ਛੱਡ ਦੇ ਤੇ ਉਸਨੇ ਹਸਨ ਨੂੰ ਆਪਣੇ ਟਰੂ ਪੋਟੈਂਸ਼ੀਅਲ ਬਾਰੇ ਦੱਸਿਆ. She believed that excellence does not come by accident but by practice. ਤੇ ਉਸਨੇ ਇਹ ਕਿਹਾ ਹਸਨ ਨੂੰ ਵੀ ਜਿਹੜੀ ਐਕਸੀਲੈਂਸ ਹੈ ਜਾਂ ਪਰਫੈਕਸ਼ਨ ਹੈ ਉਹ ਐਕਸੀਡੈਂਟਲੀ ਨਹੀਂ ਆਉਂਦੀ ਉਹ ਪ੍ਰੈਕਟਿਸ ਦੇ ਥਰੂ ਆਉਂਦੀ ਹੈ. She hoped her students to be successful in life. In the end, she felt pity for Hassan who had failed in his life. She gave him good advice to succeed in future. ਤੇ ਉਹ ਚਾਹੁੰਦੇ ਸੀ ਵੀ ਉਸਦੇ ਸਟੂਡੈਂਟਸ ਉਹ ਸਕਸੈਸਫੁਲ ਹੋਣ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨ ਤੇ ਐਂਡ ਵਿੱਚ ਉਸਨੂੰ ਹਸਨ ਵਾਸਤੇ ਤਰਸ ਆ ਰਿਹਾ ਸੀਗਾ ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਅਸਫਲ ਸੀ ਤੇ ਐਂਡ ਵਿੱਚ ਉਸਨੇ ਹਸਨ ਨੂੰ ਐਡਵਾਈਸ ਦਿੱਤੀ ਤਾਂ ਕਿ ਉਹ ਜ਼ਿੰਦਗੀ ਵਿੱਚ ਸਫਲ ਹੋ ਸਕੇ. ਅਗਲਾ ਕੁਐਸਚਨ ਹੈ ਹਾਊ ਵੁੱਡ ਹਸਨ ਅਪੋਲੋਜਾਈਜ਼ ਫॉर ਹਿਸ ਐਬਸੈਂਸ ਇਨ ਦ ਕਲਾਸ. ਤੇ ਹਸਨ ਆਪਣੀ ਐਬਸੈਂਟਿਜ਼ਮ ਦੀ ਮਾਫੀ ਕਿਸ ਤਰ੍ਹਾਂ ਮੰਗਦਾ ਸੀਗਾ ਤੇ ਇਸ ਦਾ ਉੱਤਰ ਹੈ ਹਸਨ ਵਾਸ ਹਾਰਡਲੀ ਐਵਰ ਪ੍ਰੈਜ਼ੈਂਟ ਇਨ ਦ ਕਲਾਸ. ਹੀ ਵੁੱਡ ਅਟੈਂਡ ਕਲਾਸਿਸ ਡਿਊਰਿੰਗ ਕਲਾਸ ਟੈਸਟ ਔਰ ਡਿਊਰਿੰਗ ਐਗਜ਼ਾਮੀਨੇਸ਼ਨ. ਤੇ ਹਸਨ ਮਸਾਂ ਹੀ ਕਲਾਸ ਵਿੱਚ ਪ੍ਰੈਜ਼ੈਂਟ ਹੁੰਦਾ ਸੀਗਾ ਉਹ ਸਿਰਫ ਕਲਾਸ ਟੈਸਟ ਅਤੇ ਐਗਜ਼ਾਮੀਨੇਸ਼ਨ ਦਿਨਾਂ ਵਿੱਚ ਐਗਜ਼ਾਮੀਨੇਸ਼ਨ ਡੇਜ਼ ਵਿੱਚ ਕਲਾਸ ਵਿੱਚ ਪ੍ਰੈਜ਼ੈਂਟ ਹੁੰਦਾ ਸੀਗਾ. The narrator often met him for attendance shortage meetings. He would beg for attendance in such a manner that it was very difficult for the narrator to say no. The narrator ਉਸਨੂੰ attendance shortage ਦੇ ਲਈ ਜਿਹੜੀ ਮੀਟਿੰਗ ਹੁੰਦੀ ਉਸ ਵਿੱਚ ਹੀ ਮਿਲਦੀ ਸੀਗੀ ਤੇ ਉਹ ਇਸ ਤਰ੍ਹਾਂ ਅਟੈਂਡੈਂਸ ਪੂਰੀ ਕਰਨ ਵਾਸਤੇ ਬੈਗ ਕਰਦਾ ਸੀਗਾ ਕਿ ਵੀ ਮਨਾ ਕਰਨਾ ਹੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਸੀਗਾ ਨਰੇਟਰ ਦੇ ਵਾਸਤੇ. Sometimes the narrator felt upset and told him that there should be discipline. ਕਦੇ ਸੁਧਾ ਜੀ ਨਰੇਟਰ ਨੇ ਉਹ ਅਪਸੈਟ ਹੋ ਜਾਂਦੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਡਿਸਿਪਲਿਨ ਹੋਣਾ ਚਾਹੀਦਾ ਹੈ ਕਲਾਸ ਵਿੱਚ ਤੇ he would beg to be excused. He told her that she taught him to err is human to forgive is divine. ਤੇ ਉਹ ਨਰੇਟਰ ਨੂੰ ਕਹਿੰਦਾ ਸੀਗਾ ਵੀ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਤੇ ਜਿਹੜੇ ਡਿਵਾਈਨ ਹੁੰਦੇ ਨੇ ਜਿਹੜੇ ਦੇਵੀ ਦੇਵਤਾ ਹੁੰਦੇ ਨੇ ਜਿਹੜੇ ਭਗਵਾਨ ਵਰਗੇ ਲੋਕ ਹੁੰਦੇ ਨੇ ਉਹ ਮਾਫ ਕਰ ਦਿੰਦੇ ਨੇ. The narrator, being kind-hearted, could not remain angry for long because a good teacher always wished for the best for her students. The narrator ਉਹ ਬਹੁਤ ਹੀ kind-hearted ਸੀਗੀ ਤੇ ਇਸ ਕਰਕੇ ਜ਼ਿਆਦਾ ਸਮੇਂ ਤੱਕ ਗੁੱਸੇ ਵਿੱਚ ਨਹੀਂ ਰਹਿ ਸਕਦੀ ਸੀਗੀ ਕਿਉਂਕਿ ਇੱਕ ਵਧੀਆ ਟੀਚਰ ਹੁੰਦਾ ਉਹ ਆਪਣੇ ਸਟੂਡੈਂਟਸ ਦਾ ਹਮੇਸ਼ਾ ਭਲਾ ਹੀ ਸੋਚਦਾ ਹੈ. Describe in your own words the narrator's meeting with Hassan's parents. Hassan's ਦੇ parents ਦੇ ਨਾਲ narrator ਦੀ meeting ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ. When the narrator got tired because of Hassan's absence from the class, she called his parents. She told them that their son is bright. He is not arrogant, but he is indisciplined. ਤੇ ਜਦੋਂ ਨਰੇਟਰ ਹਸਨਸ ਦੀ ਰੈਗੂਲਰ ਐਬਸੈਂਟਿਜ਼ਮ ਤੋਂ ਦੁਖੀ ਹੋ ਗਈ ਥੱਕ ਗਈ ਤਾਂ ਉਸਨੇ ਉਸਦੇ ਪੇਰੈਂਟਸ ਨੂੰ ਬੁਲਾਇਆ ਤੇ ਉਸਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਬੱਚਾ ਜਿਹੜਾ ਹੋਣਹਾਰ ਹੈ ਤੇ ਉਹ ਐਰੋਗੈਂਟ ਨਹੀਂ ਹੈ ਪਰ ਉਸ ਵਿੱਚ ਡਿਸਿਪਲਿਨ ਦੀ ਕਾਫੀ ਜ਼ਿਆਦਾ ਕਮੀ ਹੈ. ਇਫ ਹੀ ਕਮ ਟੂ ਕਲਾਸ ਰੈਗੂਲਰਲੀ ਐਂਡ ਅਟੈਂਡ ਦਾ ਲੈਬ ਹੀ ਕੈਨ ਗੈਟ ਅ ਰੈਂਕ. ਤੇ ਜੇ ਉਹ ਕਲਾਸਿਸ ਰੈਗੂਲਰਲੀ ਆਏਗਾ ਤਾਂ ਕੰਪਿਊਟਰ ਲੈਬ ਵੀ ਚੰਗੀ ਤਰ੍ਹਾਂ ਅਟੈਂਡ ਕਰੇਗਾ ਤੇ ਉਹ ਕੋਈ ਰੈਂਕ ਵੀ ਲੈ ਕੇ ਆ ਸਕਦਾ ਹੈ. Hassan's father was a busy man and did not took the narrator's word seriously. ਤੇ ਹਸਨ ਦੇ ਪਿਤਾ ਕਾਫੀ ਬਿਜ਼ੀ ਰਹਿੰਦੇ ਸੀਗੇ ਤੇ ਉਸਨੇ ਉਸ ਨਰੇਟਰ ਦੀ ਗੱਲਾਂ ਵਿੱਚ ਜ਼ਿਆਦਾ ਧਿਆਨ ਨਹੀਂ ਦਿੱਤਾ. He told her that as long as he does well, it was fine with him because after a certain age, children do not listen to parents. ਤੇ ਉਸਨੇ ਕਿਹਾ ਕਿ ਜਦੋਂ ਤੱਕ ਮੇਰਾ ਬੇਟਾ ਠੀਕ ਕਰ ਰਿਹਾ ਤੇ ਮੇਰੇ ਲਈ ਇਹ ਠੀਕ ਹੈ ਕਿਉਂਕਿ ਕੁਝ ਏਜ ਤੋਂ ਬਾਅਦ ਹੈ ਜਿਹੜੇ ਬੱਚੇ ਉਹ ਮਾਪਿਆਂ ਦੀ ਗੱਲ ਨਹੀਂ ਸੁਣਦੇ. But Hassan's mother was in tears, but Hassan ਦੀ ਮਾਂ ਰੋ ਰਹੀ ਸੀ. She told the narrator that she had failed as a mother. Hassan does not listen to her at all. He spends all his night listening to music and chatting with his friends. He sleeps at 6 in the morning.
ਤੇ ਹਸਨ ਦੀ ਮਾਂ ਨੇ ਨਰੇਟਰ ਨੂੰ ਕਿਹਾ ਕਿ ਉਹ ਐਜ਼ ਅ ਮਦਰ ਉਹ ਫੇਲ ਹੋ ਗਈ ਹੈ ਤੇ ਹਸਨ ਉਸਦੀ ਗੱਲ ਹੀ ਨਹੀਂ ਸੁਣਦਾ। ਪੂਰੀ ਰਾਤ ਉਹ ਗਾਣੇ ਸੁਣਦਾ ਤੇ ਆਪਣੇ ਦੋਸਤਾਂ ਨਾਲ ਚੈਟਿੰਗ ਕਰਦਾ ਤੇ ਸਵੇਰੇ 6 ਵਜੇ ਸੌਂਦਾ। The meeting ended in an argument between Hassan's parents. The father said it was the mother's duty to correct him, and the mother told Hassan's father that he should speak to Hassan man to man, and earning money was not the only thing in life. ਤੇ ਮੀਟਿੰਗ ਵਿੱਚ ਮਾਂ ਪਿਓ ਦੀ ਆਪਸ ਵਿੱਚ ਹੀ ਬਹਿਸ ਹੋ ਗਈ ਤੇ ਪਿਤਾ ਨੇ ਕਿਹਾ ਕਿ ਉਸ ਮਦਰ ਦੀ ਡਿਊਟੀ ਹੁੰਦੀ ਉਸ ਨੂੰ ਕਰੈਕਟ ਕਰਨਾ ਤੇ ਉਸਦੀ ਮਾਂ ਨੇ ਕਿਹਾ ਕਿ ਉਸ ਨੂੰ ਹਸਨ ਨਾਲ ਮੈਨ ਟੂ ਮੈਨ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਹੀ ਸਭ ਕੁਝ ਨਹੀਂ ਹੁੰਦਾ।